हाँ जी, सत श्री अकाल साਰਿਆਂ ਨੂੰ गुड मॉर्निंग। ठीक है, ਅੱਜ फिर पॉलिटी ਦਾ ਲੈਕਚਰ ਇੱਕ ਇੰਪੋਰਟੈਂਟ ਟੌਪਿਕ ਤੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਜਿਹਨੂੰ ਤੁਸੀਂ DPSP ਦੇ ਨਾਮ ਤੋਂ ਜਾਣਦੇ ਹੋ। ਵੈਸੇ ਤਾਂ ਫੰਡਾਮੈਂਟਲ ਰਾਈਟਸ ਤੇ ਪਹਿਲਾਂ ਬਣਾਉਣਾ ਚਾਹੀਦਾ ਸੀ, ਬਟ ਮੈਂ ਜਾਣ ਕੇ ਇਸ ਤੇ ਬਣਾਇਆ ਕਿਉਂਕਿ ਇਹ ਉਹਦੇ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਰੱਖਦਾ। ਠੀਕ ਹੈ ਜੀ, ਪਹਿਲਾਂ ਦੋ ਸਿੰਪਲ ਗੱਲਾਂ। ਕੱਲ੍ਹ ਕੰਪਿਊਟਰ ਦਾ ਇੱਕ ਇੰਟਰੋਡਕਟਰੀ ਲੈਕਚਰ ਪਾਇਆ ਗਿਆ ਸੀ ਤੇ ਸੈਕਿੰਡ ਵਨ ਥੋੜ੍ਹੀ ਦੇਰ ਬਾਅਦ ਜਾਂ ਸ਼ਾਮ ਨੂੰ ਐਗਰੀਕਲਚਰ ਦਾ ਵੀ ਅਪਲੋਡ ਕੀਤਾ ਸੀ। ਉਹਨਾਂ 'ਚ ਜੇ ਕੋਈ ਕਿਸੇ ਨੂੰ ਕਮੀ ਲੱਗਦੀ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਪਲੀਜ਼ ਜ਼ਰੂਰ ਦੱਸਿਆ ਕਰੋ, ਕਮੈਂਟਸ ਜ਼ਰੂਰ ਕਰਿਆ ਕਰੋ। ਠੀਕ ਹੈ ਜੀ, ਚਲੋ ਅੱਜ ਦਾ ਟੌਪਿਕ ਸਟਾਰਟ ਕਰਦੇ ਹਾਂ। TPSP ਪੋਲਿਟੀ ਦਾ ਉਹ ਹੈ, ਪੋਲੀਟੀਕਲ ਸੀਰੀਜ਼ 'ਚ ਇਹ ਹੈ, ਪੋਲਿਟੀ ਦੀ ਸੀਰੀਜ਼। ਇਹ ਬਹੁਤ ਇੰਪੋਰਟੈਂਟ ਹੈ। ਕੋਈ ਅੱਛੇ ਲੈਵਲ ਦਾ ਐਗਜ਼ਾਮ ਦਿੰਦੇ ਹੋ, ਜਿਵੇਂ ਆਪਾਂ UPSC ਜਾਂ PPSC ਦੀ ਗੱਲ ਕਰਦੇ ਹਾਂ, 2020 ਐਂਡ 2021 4 ਅਕਤੂਬਰ ਅਤੇ 13 ਫਰਵਰੀ ਨੂੰ ਦੋਨੋਂ ਐਗਜ਼ਾਮ ਦੇ ਵਿੱਚ 3 ਕੁਐਸਚਨਸ ਆਏ ਸੀ ਇਸ ਚੈਪਟਰ 'ਚੋਂ, ਪੋਲਿਟੀ ਸੈਕਸ਼ਨ 'ਚੋਂ, 2 UPSC 'ਚ, 1 PPSC 'ਚ। ਇਹਦੇ ਵਿੱਚੋਂ ਕੁਐਸਚਨ ਲਾਜ਼ਮੀ ਆਊਗਾ ਹੀ ਆਊਗਾ, ਚਾਹੇ ਤੁਸੀਂ ਛੋਟਾ ਐਗਜ਼ਾਮ ਦਿਓ ਚਾਹੇ ਵੱਡਾ। ਬਹੁਤ ਸਿੰਪਲ ਦੀਆਂ ਚੀਜ਼ਾਂ ਲਿਖੀਆਂ ਨੇ। DPSP 'ਚ ਕੀ ਚੀਜ਼ ਸਮਝਣ ਵਾਲੀ ਹੈ, ਕੀ ਨਹੀਂ, ਐਕਚੁਅਲ 'ਚ ਹੈ ਕੀ, ਤੁਹਾਨੂੰ ਮੈਂ ਨਾਲ ਨਾਲ ਦੱਸ ਦੂੰਗਾ ਕੁਐਸਚਨ ਬਣਦੇ ਕਿੱਥੋਂ। ਸਾਡੇ ਸੰਵਿਧਾਨ ਦਾ ਪਾਰਟ 3, ਪਾਰਟ ਪਹਿਲਾ, ਪਾਰਟ ਚੌਥਾ, ਪਾਰਟ ਚੌਥਾ A ਸਭ ਤੋਂ ਜ਼ਿਆਦਾ ਇੰਪੋਰਟੈਂਟ ਰੱਖੇ ਜਾਂਦੇ ਨੇ। ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ DPSP, ਹਾਰਟ ਆਫ ਦਾ ਕੌਨਸਟੀਟਿਊਸ਼ਨ, ਫਿਲਾਸਫੀਕਲ ਟੈਕਸਟ, ਪਾਰਟ 4 ਦੇ ਵਿੱਚ ਆਉਂਦਾ, ਆਰਟੀਕਲ 36 to 51 ਤੱਕ ਆਉਂਦਾ। ਇਹ ਅਸੀਂ ਕਿੱਥੋਂ ਲਿਆ? ਆਇਰਲੈਂਡ ਤੋਂ ਲਿਆ। ਬਟ ਮੋਸਟਲੀ ਇਹ ਨਹੀਂ ਦੱਸਿਆ ਜਾਂਦਾ ਹੁੰਦਾ ਵੀ ਆਇਰਲੈਂਡ ਨੇ ਅੱਗੋਂ ਕਿੱਥੋਂ ਲਿਆ। ਉਹਨਾਂ ਨੇ ਇਹ ਸਪੇਨ ਤੋਂ ਕੈਰੀ ਕੀਤੇ ਨੇ। ਹੁਣ ਆਇਰਲੈਂਡ ਅਤੇ ਸਪੇਨ ਦੀ ਕੈਪੀਟਲ ਆਪਣੀ ਜਨਰਲ ਨੌਲੇਜ ਵਾਸਤੇ ਕਮੈਂਟ ਸੈਕਸ਼ਨ 'ਚ ਦੱਸ ਦਿਓ। ਐਵੇਂ ਹੀ ਫੰਡਾਮੈਂਟਲ ਰਾਈਟਸ ਨੇ ਜਿਹੜੀਆਂ, ਉਹ ਅਸੀਂ USA ਤੋਂ ਲਈਆਂ, ਬਟ ਕਦੀ ਆਪਾਂ ਇਹ ਸੋਚਣ ਦੀ ਗੱਲ ਸੋਚੀ ਵੀ ਆਪਾਂ ਕਦੋਂ ਲਈਆਂ, USA ਨੇ ਕਿੱਥੋਂ ਹਾਇਰ ਕੀਤੀ। ਇਹ ਵੀ ਕੁਐਸਚਨਸ ਨੇ। ਇਹ ਨਾਮ ਦੇ ਵਿੱਚ ਹੀ ਹੈ, DPSP, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਮੈਂ ਆਪਣੇ ਪਹਿਲੇ ਲੈਕਚਰ ਦੱਸਿਆ ਸੀ ਵੀ ਪੋਲਿਟੀ ਦੇ ਵਿੱਚ ਸਟੇਟ ਨੇਸ਼ਨਸ ਨੂੰ ਕਿਹਾ ਜਾਂਦਾ। ਅਗਰ ਸਟੇਟਸ ਵਰਡ ਆਉਂਦਾ ਤਾਂ ਫਿਰ ਰਾਜ ਕਿਹਾ ਜਾਂਦਾ, ਸੂਬੇ, ਪ੍ਰੋਵਿੰਸਸ, ਸਟੇਟਸ। ਪੰਜਾਬ, ਮਰਾਠਾ, ਬੰਗਾਲ, ਇਹ ਵੋ 28 ਸਟੇਟਸ ਨੇ ਜਿਹੜੀਆਂ। ਅਗਰ ਸਟੇਟ ਦਾ ਮੀਨਿੰਗ ਹੈ ਤਾਂ ਉਹਦਾ ਮਤਲਬ ਹੈ ਕੰਟਰੀ, ਨੇਸ਼ਨ। ਡਾਇਰੈਕਟਿਵ, ਡਾਇਰੈਕਟ ਕਰਨ ਵਾਲੀਆਂ। ਤੁਹਾਨੂੰ ਵੀ ਤਾਂ ਡੂਜ਼ ਐਂਡ ਡੋਂਟ ਦਿੱਤੇ ਜਾਣਗੇ ਜਦੋਂ ਕੰਮ ਕਰੋਗੇ। ਤੁਹਾਨੂੰ ਵੀ ਕੁਛ ਡਾਇਰੈਕਟਿਵ ਪ੍ਰਿੰਸੀਪਲ ਦੱਸੇ ਜਾਣਗੇ ਜਦੋਂ ਪਟਵਾਰੀ ਲੱਗ ਜਾਓਗੇ, ਸਬ ਇੰਸਪੈਕਟਰ ਲੱਗ ਜਾਓਗੇ, ਨਾਇਬ ਤਹਿਸੀਲਦਾਰ ਲੱਗ ਜਾਓਗੇ, ਜਾਂ ਚਲੋ ਵਟਸੋ ਐਵਰ ਜਿਹੜੀ ਵੀ ਪੋਸਟ 'ਤੇ ਤੁਸੀਂ ਪਹੁੰਚੋਗੇ। ਆਲ ਵਿਸ਼ਿਜ਼ ਵਿਦ ਯੂ। ਠੀਕ ਹੈ ਜੀ, ਤਾਂ ਉਹ ਚੀਜ਼ ਹੈ ਪ੍ਰਿੰਸੀਪਲਸ, PLES ਵਾਲਾ ਇਹ। ਇਹਦਾ ਮਤਲਬ ਸਿਧਾਂਤ, ਕੁਛ ਅਸੂਲ ਹੁੰਦੇ ਨੇ। ਪਾਲਿਸੀਜ਼ ਦੇ ਅਸੂਲ, ਜਾਂ ਉਹ ਪਾਲਿਸੀਜ਼ ਨੂੰ ਬਣਾਉਣ ਲੱਗੇ ਜਿਹੜੇ ਅਸੂਲ 'ਤੇ ਬਣਾਈਆਂ ਜਾਂਦੀਆਂ ਨੇ ਤਾਂ ਜੋ ਅੱਗੇ ਅਸੀਂ ਆਪਣੀ ਨੇਸ਼ਨਸ ਨੂੰ ਡਾਇਰੈਕਟ ਕਰ ਸਕੀਏ ਜਾਂ ਆਪਣੀਆਂ ਨੇਸ਼ਨ ਨੂੰ ਡਾਇਰੈਕਟ ਕਰ ਸਕੀਏ, ਤਾਂ ਉਹਨੂੰ DPSP ਕਹਿੰਦੇ ਨੇ। ਹਾਰਟ ਆਫ ਦਾ ਕੌਨਸਟੀਟਿਊਸ਼ਨ ਕਿਹਾ ਜਾਂਦਾ। ਇਹ ਸਾਡੇ ਸੰਵਿਧਾਨ ਦਾ ਫਿਲਾਸਫੀਕਲ ਟੈਕਸਟ। ਜੋ ਸਟੂਡੈਂਟਸ ਮੈਨੂੰ ਅਕਸਰ ਕਲਾਸ 'ਚ ਪੁੱਛਦੇ ਸੀ, ਉਹ ਮੈਂ ਪਹਿਲੇ ਪੈਰੇ 'ਚ ਹੀ ਚੀਜ਼ ਲਿਖਤੀ। ਠੀਕ ਹੈ ਜੀ, ਪਹਿਲੇ ਪੈਰੇ ਦੇ ਵਿੱਚ ਤੁਹਾਡੀਆਂ ਸਾਰੀਆਂ ਚੀਜ਼ਾਂ ਪਹਿਲੇ ਪੈਰੇ 'ਚ ਲਿਖਤੀਆਂ ਕਿ ਹਾਰਟ ਆਫ ਦਾ ਕੌਨਸਟੀਟਿਊਸ਼ਨ ਇਹ ਫਿਲਾਸਫੀਕਲ ਟੈਕਸਟ ਹੈ। ਇਹ ਚੌਥੇ ਪਾਰਟ ਦੇ ਵਿੱਚ ਆਉਂਦਾ, ਆਰਟੀਕਲ 36 to 51 ਤੱਕ ਆਉਂਦਾ। ਅਸੀਂ ਆਇਰਲੈਂਡ ਤੋਂ ਲਿਆ, ਆਇਰਲੈਂਡ ਨੇ ਅੱਗੇ ਸਪੇਨ ਤੋਂ ਕੈਰੀ ਕੀਤੀਆਂ ਨੇ। 1937 ਦੇ ਵਿੱਚ BR ਅੰਬੇਦਕਰ ਨੇ DPSP ਨੂੰ ਨੋਵਲ ਫੀਚਰ ਕਿਹਾ ਸੀ, ਅਤੇ ਗ੍ਰੈਨਵਿਲੇ ਅਸਟਿਨ ਨੇ DPSP ਨੂੰ ਕਿਹਾ ਸੀ ਕਨਸਾਇੰਸ ਆਫ ਦਾ ਕੌਨਸਟੀਟਿਊਸ਼ਨ। ਠੀਕ ਹੈ ਜੀ, ਨਿਕਨੇਮ ਇਹਨੂੰ ਸਿਸਟਰ ਆਫ ਪਾਰਟ 3 ਵੀ ਕਹਿੰਦੇ ਨੇ। ਇਹ ਮੈਂ ਸਟੂਡੈਂਟਸ ਦੀ ਪੜ੍ਹਨ ਵਾਲੀਆਂ ਕਿਤਾਬਾਂ 'ਚੋਂ ਕਿਤੋਂ ਪੜ੍ਹਿਆ ਸੀ ਕਦੇ। ਕੁਆਲਿਟੀ ਬੁੱਕਸ 'ਚ ਤਾਂ ਇਹ ਨਹੀਂ ਕਿਹਾ ਜਾਂਦਾ। ਕੁਆਲਿਟੀ ਬੁੱਕਸ 'ਚ ਤਾਂ ਹਮੇਸ਼ਾ ਨੋਵਲ ਫੀਚਰ ਹੀ ਕਿਹਾ ਜਾਂਦਾ, ਜਿਵੇਂ ਅੱਛੇ ਲੈਵਲ ਦੀ ਕੋਈ ਬੁੱਕ ਹੈ। ਜਾਂ ਕੋਈ ਲੋਕਲ ਕਿਤਾਬਾਂ ਹੁੰਦੀਆਂ ਨੇ, ਐਵੇਂ ਲਿਖ ਦਿੰਦੀਆਂ ਨੇ ਵੀ ਫੰਡਾਮੈਂਟਲ ਰਾਈਟਸ ਤੀਜੇ ਪਾਰਟ 'ਚ ਆਉਂਦਾ ਤਾਂ ਚੌਥੇ ਪਾਰਟ 'ਚ ਆਉਂਦਾ। ਇਹ ਦੋਨੋਂ ਭੈਣਾਂ ਨੇ। ਅੱਗੇ ਫਿਰ ਮੈਂ ਸਭ ਤੋਂ ਪਹਿਲਾਂ ਬੇਸਿਕ 'ਤੇ ਜ਼ੋਰ ਦਿੰਦਾ ਹੁੰਦਾ। ਜਿਵੇਂ ਹੁਣ ਇੱਥੇ ਆ ਗਿਆ, ਮੈਂ ਲਿਖ ਕੇ ਪਾਇਆ ਕਿ ਵਾਟ ਇਜ਼ DPSP। ਜਿਵੇਂ ਮੈਂ ਪਹਿਲਾਂ ਕੌਨਸਟੀਟਿਊਸ਼ਨ ਵਰਡ ਨੂੰ ਡਿਸਕ੍ਰਾਈਬ ਕੀਤਾ, ਤਾਂ ਇਵੇਂ ਹੀ ਆਪਾਂ ਅੱਜ ਗੱਲ ਕਰਦੇ ਹਾਂ ਕਿ ਵਾਟ ਇਜ਼ DPSP। ਸਟੂਡੈਂਟਸ ਨੂੰ ਪੁੱਛਦਾ ਹੁੰਦਾ ਮੈਂ ਅਕਸਰ, ਉਹ ਕਹਿਣਗੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਉੱਪਰ ਮੈਂ ਪਹਿਲਾਂ, ਤੁਸੀਂ ਵੀਡੀਓ ਧਿਆਨ ਨਾਲ ਸੁਣਿਓ, ਮੈਂ ਬੋਲਤਾ
कि डायरैक्ट करन लई प्रिंसीपल सिद्धांत स्टेट नूं नेशन कहा जाता है, नेशन नूं स्टेट कहा जाता है पॉलिटी च, ते पॉलिसीज़ तो पता ही है, रूल्स रेगूलेशन ये वो सब व्हाटसोएवर। वेरी शॉर्ट, इन दीज आर ओनली आइडियल्स, कुछ आदर्श ने, कुछ असूल ने, विच स्टेट शुड नेशन शुड कीप इन माइंड वाइल फॉर्मुलेटिंग पॉलिसीज़ एंड इनैक्टेड लॉ। बई इस तो अगला टॉपिक ना प्रियंबल का होगा, उहदे विच भी पता लगूगा कि जिन्नियां भी पॉलिसीज़ ने वो सिर्फ एक आम इंसान ते एक वैलफेयर, आम इंसान नूं देख के बनाईयां जांदियां ने, एक वैलफेयर उन्हां दी वैलफेयर वास्ते भी, तां जो ज़्यादा तो जगह असी अपने बुनियादी ढांचे का लाहा लै सकीए। जो भी सरकार साडे लई पॉलिसीज़ बनाउंदी है असी उन्हां चीज़ां दा फ़ायदा उठा सकीए ते अपने लाइफ का कुछ पार्ट अकॉर्डिंगली टू मतलब जिवें गवर्नमेंट चलाउणा चाहुंदी है उवें चला सकीए भी, तां जो सानूं कोई भी प्रॉब्लम ना आवे। इन सिंपल वर्ड इंस्ट्रक्शंस ने, प्रिंसिपल्स ने ओनली। सॉरी अज थोड़ी कटिंग ज़्यादा होगी क्योंकि रात नूं बैठ के बनाया तो थोड़ा जिहा लग गया। अगे, नॉन जस्टिसेबल इन नेचर, नॉट लीगली इनफोर्सेबल बाय कोर्ट बाय एनी गवर्नमेंट, सेंटर, स्टेट एंड लोकल कैन नॉट कंपेल टू इंप्लीमेंट। ये लास्ट पेजिस के उत्ते मैं एक डिफरेंस का भी पेज पाया कि वट इज़ द डिफरेंस बिटवीन फंडामेंटल राइट ते DPSP। फंडामेंटल राइट अगर थोड़ियां भंग हो जांदियां, बई मैं पहले लैक्चर च सेलेंट फीचर च भी कह चुका, पूरे का पूरा संविधान चेंज हो सकता है सिर्फ बेसिक बुनियादी ढांचे नूं छड्ड के, बेसिक फंडामेंटल्स नूं छड्ड के, ते इन्हां चीज़ां नूं ठीक वो असी नहीं चेंज कर सकते, बेसिक असूलों नूं छड्ड के बाकी जो मर्जी चेंज कर दो। सेम एज विद फंडामेंटल राइट्स वो भी चेंज हो सकदी, बट हाँ जो नैशनल एमरजेंसीज़ के टाइम होंदे ने तो दो चीज़ां रह जांदियां, सेंट्रल गवर्नमेंट ते सुप्रीम कोर्ट। सुप्रीम कोर्ट इज़ द डिफेंडर एंड सेवर, या वो सेव करता साडियां फंडामेंटल राइट नूं, ग्रांटर जिन्हों असीं ग्रंटी कहने ना, ग्रंटी लैनी, ग्रंटर है वो साडा। इसी तरह जे थोड़ियां DPSPs नूं असीं फंडामेंटल राइट साडियां भंग हो जांदियां तो मैं उस चैप्टर च कराऊंगा, तो बंदे कोल पूरी पावर होंदी है कि वो डायरैक्टली सुप्रीम कोर्ट जा सकदा, वन एंड ओनली केस है, नहीं असीं अदर केसिस दे विच डायरैक्टली तो सुप्रीम कोर्ट जा ही नहीं सकते। सिर्फ एक फंडामेंटल राइट का केस हुंदा जिहदे विच असीं जे भंग हो जाण या सानूं लगदा है कि मेरियां फंडामेंटल राइट्स ने या मौलिक अधिकार नहीं हुंदे तो मैं जा सकदा, बट इन द केस ऑफ DPSP असीं नहीं जा सकते। फंडामेंटल राइट ते DPSP का जिहड़ा डिफरेंस है ये उत्थे नीचे आऊगा उदों पढ़ांगे, बट तुसीं ये लाइन जरूर पढ़ लेना कि इन्हां चों क्वेश्चन आउंदे ने स्टूडेंट्स, या उपर लिखे चो आऊगा कंसाइंस ऑफ द कॉन्स्टिट्यूशन, नोवल फीचर किनूं कहा गया। 2020 ਦੇ ਵਿੱਚ बड़ा वधिया DPSP का क्वेश्चन आया सी, ईवन 31 ਦਸੰਬਰ ਨੂੰ भी 31 जनवरी 2021 ਨੂੰ ਅਸਿਸਟੈਂਟ ਜੇਲ੍ਹ ਸੁਪਰਡੈਂਟ 'ਚ ਵੀ ਇੱਕ क्वेश्चन आया हुआ ਸੀਗਾ भी ਉਹ DPSP ਦਾ ਸੀ, ਉਹਦੇ ਵਿੱਚ ਵੀ ਮੋਸਟਲੀ स्टूडेंट्स ने सारिਆਂ ने ਜਿਹੜਾ ਟਿਕ ਲਗਾਇਆ ਉਹ 95% ਗਲਤ, ਉਹਦੇ 'ਚ ਵੀ क्वेश्चन ਤਾਂ DPSP 'ਚੋਂ क्वेश्चन ਲਾਜ਼ਮੀ ਹੈ। ਆ नॉन जस्टिसेबल इन नेचर, ਇਹਨੂੰ इन्फोर्स नहीं किया जा सकता किसी भी कोर्ट वालों, किसी भी सेंटर गवर्नमेंट वालों, किसी भी स्टेट गवर्नमेंट वालों, किसी भी लोकल गवर्नमेंट वालों, इनू कंपैल नहीं कर सकते। अगे टाइप्स क्लासीफिकेशन 3 तरह दी हैं, समाजिक असूल ने, गांधीयन प्रिंसीपल है, तो एक आज़ाद मॉडर्न ख्याल के प्रिंसीपल्स ने, तो उन्होंने असीं कहने भी ये टाइप्स, वो मैं अगे हौली हौली थोड़ी थोड़ियां लिखतियां, तुसीं जस्ट रीड करनी है। सोशो इकनॉमिक प्रिंसीपल, सोशो समाजिक आर्थिक असूल की ने अज दे इंसान नूं, या अज दे जिवें तुसीं सारे स्टूडेंट तैयारी कर रहे हो, गोल्डन टाइम है ना 2021-22 भी, जे आपां इत्थे वधिया जॉब ऑक्यूपाई कर गए तो बहुत वधिया रहांगे। हुण इहदे च तुहानूं की है भी समाजिक आर्थिक, हरेक बंदा इस चीज़ की लिबरलिटी चाहता है भी मैनू एडिकुएट मीनस ऑफ लिवलीहुड, भी जीण जोगा सब कुछ मिले हरेक सिटीजन। 130-35 करोड़ की पॉपूलेशन है जिदों चलो आप 18 साल तो घट वाले कढ़ दिंदे भी वो काम नहीं कर सकते सरकार वालों, या सरकार कहती है भी 14 साल या 15 साल के बच्चे तो काम नहीं करवाना हेठा, या 18 साल तो घट बच्चे तो काम नहीं, वो घटा दो। 100 करोड़ पॉपूलेशन या 80 करोड़ पॉपूलेशन तो यहो जी ना जी काम ही है, काम करती है, तो वो लिवलीहुड, ਡੀਸੈਂਟ स्टैंडर्ड ऑफ लिविंग हरेक बंदे वास्ते, इक्विटेबल डिस्ट्रीब्यूशन ऑफ वैल्थ एंड मटीरीयल, सब नूं बराबर दे रिसोर्सिस इन्ने क होण भी वो अपना गुजर बसर अपनी लाइफ नूं चंगी तरह जी, बट नहीं एवें दा नहीं है। भगत सिंह की आइडियोलॉजी भी यही सी ना भी इस चीज़ से जोर दिता जाए इक्विटेबल डिस्ट्रीब्यूशन ऑफ वैल्थ, बट वो हले तक इंडिया च नहीं है।
ਨੈਸੈਸਰੀ ਓਪਰਚੁਨਿਟੀ ਸਭ ਨੂੰ ਮਿਲਣ, ਫੈਸਿਲਿਟੀਜ਼ ਟੂ ਚਿਲਡਰਨ ਪ੍ਰੀਵੈਂਟ ਦੀਅਰ ਐਕਸਪਲੋਇਟੇਸ਼ਨ, ਬੱਚਿਆਂ ਨੂੰ ਖਾਸ ਕਰਕੇ ਉਹ ਆਪਣਾ ਸ਼ੋਸ਼ਣ ਨਾ ਹੋਣ ਦੇਣ। ਫੰਡਾਮੈਂਟਲ ਰਾਈਟ 'ਚ ਆਪਾਂ ਪੜ੍ਹਾਂਗੇ ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਅਸੀਂ ਆਵਾਜ਼ ਚੱਕ ਸਕਦੇ ਹਾਂ। ਇੰਨੇ ਕੁ ਐਫਰਟ ਬਣਾਉਣੇ ਕਿ ਰਾਈਟ ਟੂ ਵਰਕ, ਰਾਈਟ ਟੂ ਐਜੂਕੇਸ਼ਨ ਅਤੇ ਪਬਲਿਕ ਅਸਿਸਟੈਂਸ ਇਨ ਕੇਸ ਆਫ ਅਨਐਮਪਲੋਇਮੈਂਟ। ਇਹ ਸ਼ੋਸ਼ੋ ਹੈ, ਸੋਸ਼ਲ ਇਕਨੋਮਿਕ ਪ੍ਰਿੰਸੀਪਲ। ਦੇਖੋ ਬੜੀਆਂ ਸਿੰਪਲ ਜੀ ਗੱਲਾਂ ਕਿ ਐਡੀਕੁਏਟ ਮੀਨਸ ਆਫ ਲਿਵਲੀਹੁੱਡ, ਮੈਨੂੰ ਜੀਣ ਦਾ ਅਧਿਕਾਰ ਦੇ ਦਿੱਤਾ ਹੈ ਨਾ ਰਾਈਟਸ, ਤਾਂ ਇੰਨਾ ਕੁ ਵੀ ਹੋਵੇ ਵੀ ਮੈਨੂੰ ਹਰੇਕ ਇੱਕ ਅੱਛੇ ਸਿਟੀਜ਼ਨ ਹੋਣ ਦੇ ਨਾਮ 'ਤੇ ਮੈਂ ਅੱਛੀ ਜ਼ਿੰਦਗੀ ਜੀ ਸਕਾਂ, ਮੇਰਾ ਡੀਸੈਂਟ ਸਟੈਂਡਰਡ ਆਫ ਲਿਵਿੰਗ ਹੋਵੇ, ਠੀਕ ਹੈ ਨਾ। ਹਰੇਕ ਵਰਕਰ ਲਈ ਵੀ ਇੱਕ ਅੱਛਾ, ਮੈਂ ਕਿਤੇ ਅਗਰ ਕੰਮ ਕਰ ਰਿਹਾ ਤਾਂ ਉੱਥੇ ਨਾ ਉਹ ਹੋਵੇ ਸਾਫ ਸੁਥਰਾ ਮਾਹੌਲ ਹੋਵੇ, ਵਰਕਰ ਕੰਮ ਕਰ ਰਹੇ ਆ ਜੀ ਚਮੜੇ ਦੀ ਫੈਕਟਰੀ 'ਚ, ਸਾਈਕਲਾਂ ਦੀ ਫੈਕਟਰੀ 'ਚ, ਤਾਂ ਉੱਥੇ ਇੱਕ ਅੱਛਾ ਵਿਵਹਾਰ ਵੀ ਅੱਛਾ ਹੋਵੇ ਬੌਸ ਅਤੇ ਵਰਕਰਸ ਦੇ ਵਿੱਚ। ਇਹ ਨਾ ਹੋਵੇ ਵੀ ਡਿਸਪਿਊਟ ਚੱਲਦਾ ਹੋਵੇ, ਉਹਦਾ ਬਿਹੇਵ ਅੱਛਾ ਹੋਵੇ, ਤੁਹਾਡੀ ਇੱਜ਼ਤ ਕਰੇ, ਤੁਸੀਂ ਉਹਨਾਂ ਦੀ ਕਰੋ, ਉਹ ਚੀਜ਼। ਇਕੁਟੇਬਲ ਡਿਸਟਰੀਬਿਊਸ਼ਨ ਰਿਸੋਰਸਿਸ ਦੀ, ਵੈਲਥ ਦੀ ਨਹੀਂ ਵੀ ਹੋ ਸਕਦੀ, ਬਟ ਜੇ ਐਫਰਟ ਲਗਾਏ ਜਾਣ ਤਾਂ ਇੰਨੀ ਕੁ ਜ਼ਰੂਰ ਹੋ ਸਕਦੀ ਹੈ ਕਿ ਕੋਈ ਵੀ ਬੰਦਾ ਜਿਹੜਾ ਹੈ ਵੀ, ਅਸੀਂ ਜਿਵੇਂ ਹੰਗਰ ਇੰਡੈਕਸ 'ਚ ਗਿਰਦੇ ਜਾ ਰਹੇ ਹਾਂ ਦਿਨ ਬਰ ਦਿਨ, ਤਾਂ ਉਹ ਇੰਡੈਕਸ ਉੱਪਰ ਆ ਸਕਦਾ। ਨੈਸੈਸਰੀ ਓਪਰਚੁਨਿਟੀਜ਼ ਅੱਛੀਆਂ ਮਿਲਣ, ਪ੍ਰੀਵੈਂਟ ਬੱਚਿਆਂ ਦਾ ਐਕਸਪਲੋਇਟੇਸ਼ਨ ਬਚਾਇਆ ਜਾਵੇ। ਅੱਗੇ ਗਾਂਧੀਅਨ ਪ੍ਰਿੰਸੀਪਲ, ਗਾਂਧੀਵਾਦੀ ਜਾਂ ਮਹਾਤਮਾ ਗਾਂਧੀ ਜਿਨ੍ਹਾਂ ਨੂੰ ਫਾਦਰ ਆਫ ਨੇਸ਼ਨ ਕਿਹਾ ਜਾਂਦਾ, ਠੀਕ ਹੈ ਨਾ, ਜਿਨ੍ਹਾਂ ਦੇ ਬਰਥਡੇ 'ਤੇ ਅਸੀਂ ਨੋਨ ਵਾਇਲੈਂਸ ਡੇ ਮਨਾਉਂਦੇ ਹਾਂ, ਉਹਨਾਂ ਨੇ ਕੀ ਕਿਹਾ ਵੀ ਸਭ ਤੋਂ ਪਹਿਲਾਂ ਤਾਂ ਵਿਲੇਜ ਪੰਚਾਇਤ ਵੀ ਉਹ ਆਪਣੇ ਅਫੇਅਰਸ ਨੂੰ ਆਪ ਹੈਂਡਲ ਕਰ ਲੈਣ। ਵੈਸੇ ਵੀ ਸਾਨੂੰ ਆਪਣਾ ਜਿਹੜਾ ਕੋਈ ਕੰਮ ਹੈ ਆਪ ਕਰਨਾ ਚਾਹੀਦਾ, ਅਫੇਅਰ ਹੈਂਡਲ ਕਰਨਾ ਚਾਹੀਦਾ। ਤਾਂ ਉਹਨਾਂ ਨੇ ਆਰਟੀਕਲ 40, ਆਰਟੀਕਲ ਜਿਹੜੇ ਮੈਂ ਪਹਿਲਾਂ ਉੱਪਰ ਬੋਲਿਆ ਸਟਾਰਟਿੰਗ ਦੇ ਵਿੱਚ 36 ਤੋਂ 51, ਤਾਂ ਉਹਦੇ ਵਿੱਚ ਉਹ ਸਾਰੀ ਲਿਸਟ ਥੱਲੇ ਹੈਗੀ ਹੈ, ਮੈਂ ਇੱਕ ਵਾਰ ਰੀਡ ਆਊਟ ਕਰ ਦੂੰਗਾ। ਵਿਲੇਜ ਪੰਚਾਇਤ ਹੋਣਾ, ਵੈਸੇ ਤਾਂ ਮੈਂ ਤੁਹਾਨੂੰ ਸਮਝਾਇਆ ਸੀ ਕਿ ਪੰਚਾਇਤੀ ਰਾਜ ਦਾ ਫਾਦਰ ਹੈ ਜਿਹੜਾ ਉਹ ਲਾਰਡ ਰਿਪਨ ਹੈ, 1880 ਤੋਂ 84 ਤੱਕ ਭਾਰਤ ਦੇ ਵਾਇਸਰਾਏ ਰਹੇ। ਅਤੇ ਬਲਵੰਤ ਰਾਏ ਮਹਿਤਾ ਜਿਹਨੇ ਕਿ ਇੰਡੀਅਨ ਰਿਪਰਜੈਂਟੇਸ਼ਨ ਐਕਟ 1951 ਦੇ ਅੰਡਰ 1957 'ਚ ਸਭ ਤੋਂ ਪਹਿਲੀ ਵਾਰ ਪੰਚਾਇਤੀ ਰਾਜ ਇੰਡੀਆ 'ਚ ਸਟੈਬਲਿਸ਼ ਹੋਇਆ। ਬਟ ਗਾਂਧੀ ਨੇ ਗਾਂਧੀਅਨ ਅਸੂਲਾਂ ਦੇ ਵਿੱਚ ਦੱਸਿਆ ਕਿ ਵਿਲੇਜ ਪੰਚਾਇਤ ਹੋਣੀਆਂ ਬਹੁਤ ਜ਼ਰੂਰੀ ਨੇ। ਉਹ ਇੱਕ ਤਰ੍ਹਾਂ ਦੀ ਉਹਨਾਂ ਦੀ ਸੈਲਫ ਗਵਰਨਮੈਂਟ ਹੈ ਨਾ, ਉੱਥੇ ਦੇ ਹੋਮ ਡਿਸਪਿਊਟਸ, ਠੀਕ ਹੈ ਜੀ, ਡਾਊਰੀ ਡਿਸਪਿਊਟਸ ਜਾਂ ਪਿੰਡ ਦੇ ਜਿਹੜੇ ਆਪਣੇ ਅਫੇਅਰਸ ਐਂਡ ਡਿਸਪਿਊਟਸ ਨੇ ਉਹ ਸੌਰਟ ਆਊਟ ਕਰਦੇ ਨੇ। ਕਾਟੇਜ ਇੰਡਸਟਰੀ ਦੇ ਵਿੱਚ ਆਹ ਹੁੰਦੀ ਹੈ ਜੀ, ਜੇ ਮੈਂ ਤੁਹਾਨੂੰ ਗੱਲ ਦੱਸਾਂ, ਜਿਹੜੇ ਪਿੰਡਾਂ ਦੇ ਵਿੱਚ ਸਿਖਲਾਈ ਸੈਂਟਰ ਲੇਡੀਜ਼ ਵਾਸਤੇ ਚੱਲਦੇ ਆ, ਨਾਟ ਓਨਲੀ ਲੇਡੀਜ਼, ਬੰਦਿਆਂ ਲਈ ਵੀ। ਬੰਦਿਆਂ ਲਈ ਇਹ ਹੁੰਦਾ ਵੀ ਉਹ ਖੇਤੀਬਾੜੀ ਦੇ ਨਾਲ ਕਿਹੜੇ ਸਹਿਕਾਰੀ ਕੰਮ ਕਰ ਸਕਦੇ ਨੇ, ਪਰ ਜਿਵੇਂ ਲੇਡੀਜ਼ ਨੇ, ਫੀਮੇਲਸ ਵਾਸਤੇ ਸਿਲਾਈ ਕਢਾਈ ਦਾ ਕੰਮ ਕੀਤਾ ਜਾਂਦਾ, ਆਸ਼ਾ ਵਰਕਰਸ ਨੇ, ਠੀਕ ਹੈ ਨਾ। ਪ੍ਰਮੋਸ਼ਨ ਆਫ, ਜਿਵੇਂ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ ਛਵੀ ਰਜਾਵਤ, ਉਹ ਭਾਰਤ ਦੀ ਸਭ ਤੋਂ ਯੰਗੈਸਟ ਅਤੇ ਪਹਿਲੀ ਲੇਡੀ ਸਰਪੰਚ ਹੈ, ਰਾਜਸਥਾਨ ਦੀ ਹੀ ਸੀ ਉਹ, ਮਤਲਬ MBA ਦੇ ਵਿੱਚ ਕਰਕੇ ਉਹਦਾ ਇੰਟਰਨੈਸ਼ਨਲੀ ਬਹੁਤ ਵੱਡਾ ਪੈਕੇਜ ਸੀ ਸੈਲਰੀ, ਬਟ ਉਹਨੇ ਉਸ ਚੀਜ਼ ਨੂੰ ਉਹ ਕਰਤਾ, ਛੱਡ ਕੇ ਆਪਣੇ ਪਿੰਡ ਦੇ ਵਿੱਚ ਆ ਕੇ ਲੋਕਾਂ ਦੀ ਹੈਲਪ ਕੀਤੀ। ਤਾਂ ਉਹ ਆਪਾਂ ਕਹਿੰਦੇ ਹਾਂ ਵੀ ਉਹਨੇ ਪ੍ਰਮੋਸ਼ਨ ਆਫ ਕਾਟੇਜ ਇੰਡਸਟਰੀ, ਜਿਵੇਂ ਇਹ ਲਿਖਿਆ ਹੋਇਆ, ਉਸ ਚੀਜ਼ ਨੂੰ ਅਸਲੀ ਅਮਲੀ ਜਾਮਾ ਦਿੱਤਾ। ਐਜੂਕੇਸ਼ਨ ਅਤੇ ਇਕਨੋਮਿਕਲ ਇੰਟਰਸਟ ਵੀਕਰ ਸੈਕਸ਼ਨਸ, ਗਾਂਧੀ ਨੇ ਕਿਹਾ ਵੀ, ਕੱਲ੍ਹ ਵੀ ਦੱਸਿਆ ਸੀ ਲੈਕਚਰ 'ਚ, ਵੀ ਉਹਨੇ ਕਿਹਾ ਸੀ ਪਿੰਡ ਦੇਖਣੇ ਆ, ਇੰਡੀਆ ਦੇਖਣਾ ਤਾਂ ਪਿੰਡਾਂ 'ਚ ਜਾਓ। ਅੱਜ ਵੀ ਓਬਵੀਅਸ ਹੈ ਜੇ ਪਿੰਡਾਂ ਦੇ ਸਟੂਡੈਂਟਸ ਨੂੰ ਗਾਈਡੈਂਸ ਅੱਛੀ ਮਿਲੇ, ਮੇਰਾ ਇਨੀਸ਼ੀਏਟਿਵ ਵੀ ਇਸੇ ਵਾਸਤੇ ਹੈ, ਸਭ ਲਈ ਹੈ, ਬਟ ਮੋਸਟਲੀ ਉਹਨਾਂ ਬੱਚਿਆਂ ਲਈ ਹੈ ਜਿਹੜੇ ਗਾਈਡੈਂਸ ਤੋਂ ਦੂਰ ਰਹਿ ਜਾਂਦੇ ਨੇ। ਕੋਚਿੰਗ ਲੈ ਕੇ ਪੇਪਰ ਨਹੀਂ ਨਿਕਲਦੇ, ਜੇ ਕੋਚਿੰਗ ਲੈ ਕੇ ਪੇਪਰ ਨਿਕਲਦੇ ਫਿਰ ਆਪਣੇ ਪੰਜਾਬ ਤੱਕ ਜਾਂ ਹਰਿਆਣੇ ਤੱਕ ਤਾਂ ਰਹਿੰਦੀਆਂ ਹੀ ਨਾ ਗੱਲਾਂ, ਕਿਉਂਕਿ ਦਿੱਲੀ ਕੋਚਿੰਗ ਦਾ ਗੜ੍ਹ ਮੰਨਿਆ ਜਾਂਦਾ, ਕੋਟਾ ਕੋਚਿੰਗ ਦਾ ਗੜ੍ਹ ਮੰਨਿਆ ਜਾਂਦਾ, ਉੱਥੇ 15 ਤੋਂ 20 ਲੱਖ ਸਟੂਡੈਂਟ ਬੈਠਦਾ। ਸੋ ਇਹ ਮੈਟਰ ਨਹੀਂ ਕਰਦਾ, ਜੇ ਕੋਚਿੰਗ ਲੈ ਕੇ ਨਿਕਲਦੇ ਹੁੰਦੇ ਤਾਂ ਬਹੁਤ ਬੱਚੇ ਮੈਂ ਪੜ੍ਹਾਤੇ ਕੋਚਿੰਗ ਸੈਂਟਰਸ, ਜਾਂ ਤੁਸੀਂ ਸਭ ਨੇ ਵੀ ਲਈ ਹੋਣੀ ਹੈ, ਬਟ ਹੁਣ ਪਤਾ ਹੀ ਹੈ ਉੱਥੇ ਕਿਹੋ ਜਿਹਾ ਹੁੰਦਾ। ਸੋ ਉਹਨੇ ਕਿਹਾ ਵੀ ਇਕਨੋਮਿਕ ਇੰਟਰਸਟ ਵੀਕਰ ਸੈਕਸ਼ਨਸ ਨੂੰ ਅੱਗੇ ਲੈ ਕੇ ਆਓ। ਇੰਟੌਕਸੀਕੇਟਿੰਗ ਡਰੱਗਸ ਅਤੇ ਡਰਿੰਕਸ, ਹੁਣ ਇਹ ਤਾਂ ਦੱਸਣ ਦੀ ਲੋੜ ਨਹੀਂ, ਇਹ 'ਚ ਸਾਰੇ ਸਮਝ ਗਏ ਹੋਣੇ ਵੀ ਇਹਨਾਂ 'ਤੇ ਬੈਨ ਲਾ ਦਿਓ, ਵੀ ਸਭ ਨੇ ਜਹਾਂਗੀਰ ਨਹੀਂ ਬਣਨਾ ਹੈਗਾ, ਠੀਕ ਹੈ। ਅਤੇ ਕਾਊਜ਼ ਨੂੰ ਸਲੋਟਰ ਤੋਂ ਬਚਾਉਣਾ, ਸਲੋਟਰ ਹੁੰਦਾ ਕੱਟ ਵੱਢ ਗਾਵਾਂ ਦੀ, ਸਾਡੇ ਬਿਲਸ ਦੇ ਵਿੱਚ ਲੱਗਦੀ ਹੈ ਨਾ ਕਾਊ ਸੈਸ ਹੁੰਦੀ ਹੈ, ਟੈਕਸ ਔਨ ਟੈਕਸ, ਕੁਛ 0.6%, 0.34% ਲੱਗਦੀ ਹੈ। ਸਲੋਟਰਿੰਗ ਆਫ ਕਾਊਜ਼ ਨੂੰ ਬਚਾਉਣਾ, ਤਾਂ ਉਹ ਚੀਜ਼। ਕੁੱਕਾ ਅੰਦੋਲਨ ਵੀ ਪੰਜਾਬ ਦਾ ਜਿਹੜਾ ਹੈਗਾ ਉਹ ਵੀ ਮਲੇਰਕੋਟਲੇ ਇੱਕ ਕਰਤਾ ਸੀ ਉਹਨਾਂ ਨੇ ਕਾਂਡ, ਹੁਣੇ ਪੰਜਾਬ GK 'ਚ ਤੁਸੀਂ ਪੜ੍ਹਿਆ ਹੋਣਾ ਸਭ ਨੇ, ਵੀ ਉਹਨਾਂ ਨੇ ਵੀ ਕਾਊ ਸਲੋਟਰਿੰਗ ਦੇ ਅਗੇਂਸਟ ਆਵਾਜ਼ ਚੱਕੀ ਸੀ ਇੱਕ ਵਾਰ ਮਲੇਰਕੋਟਲੇ, ਜਦੋਂ ਫਿਰ ਉਹ ਅਰੈਸਟ ਹੋਣੇ ਸ਼ੁਰੂ ਹੋ ਗਏ ਸੀ। ਤਾਂ ਗਾਵਾਂ ਦੀ ਕੱਟ ਵੱਢ ਨੂੰ ਰੋਕਣਾ, ਨਾਟ ਓਨਲੀ ਗਾਵਾਂ ਦੀ ਨੂੰ ਰੋਕਣਾ, ਬਟ ਮਿਲਚ ਐਨੀਮਲਸ, ਮਿਲਚ ਹੁੰਦੇ ਆ ਜੀ ਜਿਹੜੇ ਦੁੱਧ ਦੇਣ ਵਾਲੇ ਜਾਨਵਰ ਹੁੰਦੇ ਨੇ,
ਕੈਟਲਸ ਟੂ। ਤਾਂ ਉਹਨਾਂ ਚੀਜ਼ਾਂ ਦੀ ਕਾਓ ਕਲਿਆਣ ਸੈਸ ਲੱਗਦਾ, ਦੇਖ ਲਓ ਕਾਓ ਦਾ ਕਲਿਆਣ ਕਿੰਨਾ ਹੋ ਰਿਹਾ। ਠੀਕ ਹੈ ਜੀ, ਉਹ ਚੀਜ਼। ਅੱਗੇ ਨੈਕਸਟ ਵੱਧਦੇ ਹਾਂ, ਲਿਬਰਲ। ਇਹ ਅੱਜ ਦੇ ਮਾਡਰਨ ਖਿਆਲਤ, ਜੋ ਕਿ ਆਪਾਂ ਮਾਡਰਨ ਹਿਸਟਰੀ ਪੜ੍ਹਦੇ ਹਾਂ ਵੀ ਜਿਹੜੀ 1857 ਜਾਂ 1823 ਜਾਂ 1828 'ਚ ਜਦੋਂ RRM ਰਾਜਾ ਰਾਮ ਮੋਹਨ ਰਾਏ ਨੇ ਆਵਾਜ਼ ਚੱਕੀ ਵੀ ਲੇਡੀਜ਼ ਨੂੰ ਅੱਗੇ ਲੈ ਕੇ ਆਓ, ਵੀ ਇਹ ਸਮਾਜ ਦੀ ਸਿਰਜਣਾ ਕਰਨ ਵਾਲਾ ਜੈਂਡਰ ਹੈ, ਤਾਂ ਉਹ ਚੀਜ਼। ਇਸੇ ਤਰ੍ਹਾਂ ਅੰਗਰੇਜ਼ਾਂ ਨੇ ਮਾਡਰਨ ਹਿਸਟਰੀ ਆਪਾਂ ਜਦੋਂ ਅੰਗਰੇਜ਼ੀਵਾਦ ਪੜ੍ਹਦੇ ਹਾਂ ਤਾਂ ਉਹ ਚੀਜ਼। ਪਰ ਲਿਬਰਲ ਪ੍ਰਿੰਸੀਪਲ ਦੇ ਵਿੱਚ ਕਿ ਯੂਨੀਫਾਰਮ ਸਿਵਲ ਕੋਡ ਹੋਣਾ ਚਾਹੀਦਾ, ਇੱਕ ਦੇਸ਼ ਇੱਕ ਲਾਅ, ਸਭ ਲਈ ਬਰਾਬਰ। ਹੁਣ ਵੀ ਹੋਣਾ ਹੈ, ਮੈਂ ਨਹੀਂ ਕਹਿੰਦਾ ਹੁਣ ਨਹੀਂ ਹੈ। ਦੇਖੋ ਮੋਦੀ ਗਵਰਨਮੈਂਟ ਐਂ ਕੰਮ ਕਰ ਰਹੀ ਹੈ। ਪਹਿਲਾਂ ਆਏ 1 ਨੇਸ਼ਨ 1 ਟੈਕਸ, 1 ਨੇਸ਼ਨ 1 ਰਾਸ਼ਨ ਕਾਰਡ, 1 ਨੇਸ਼ਨ 1 ਫਾਸਟੈਗ, 1 ਨੇਸ਼ਨ 1 ਪਾਵਰ ਗ੍ਰਿਡ। ਬਸ ਜੇ ਹੁਣ ਕੁਛ ਰਹਿ ਗਿਆ ਤਾਂ ਉਹ ਸੀਗਾ 2019 'ਚ ਕਰਤਾ 1 ਨੇਸ਼ਨ 1 ਕੌਨਸਟੀਟਿਊਸ਼ਨ, 1 ਨੇਸ਼ਨ 1 ਫਲੈਗ। 35 ਇਹ ਖਤਮ। JNK ਦਾ ਵੀ ਇੱਕ ਕੌਨਸਟੀਟਿਊਸ਼ਨ ਬਣਾਤਾ, ਪਹਿਲਾਂ 2 ਸੀਗੇ। ਹੁਣ ਕੀ ਕਰਤਾ, ਹੁਣ ਇੱਕੋ ਹੀ ਚੀਜ਼ ਰਹਿ ਗਈ 1 ਨੇਸ਼ਨ 1 ਯੂਨੀਫਾਰਮ ਸਿਵਲ ਕੋਡ। ਬਸ ਹੁਣ ਇਹ ਚੀਜ਼ ਕਰਨੀ ਹੈ। ਅਤੇ ਇੱਕ ਬਿੱਲ ਇਹਨਾਂ ਨੇ ਪ੍ਰਸਤਾਵਿਤ ਕੀਤਾ ਹੋਇਆ ਹੈ 1 ਨੇਸ਼ਨ 1 ਇਲੈਕਸ਼ਨ, ਉਹ ਯੂਨੀਫਾਰਮ ਇਲੈਕਸ਼ਨ ਬਿੱਲ। ਉਹ ਵੀ ਤੁਹਾਨੂੰ ਬਹੁਤ ਜਲਦੀ ਸਾਰਿਆਂ ਨੂੰ ਦੇਖਣ ਨੂੰ ਮਿਲੂਗਾ। ਨੈਸ਼ਨਲ ਐਜੂਕੇਸ਼ਨ ਪਾਲਿਸੀ ਵੀ ਆ ਗਈ। ਹੁਣ ਇਹਨਾਂ ਨੇ ਇੱਕ ਰੱਖਣਾ ਹੈ 30 ਅਪ੍ਰੈਲ ਤੋਂ ਬਾਅਦ ਰੱਖਣਗੇ ਇਹ, ਉਹਦੇ ਵਿੱਚ ਜੋ ਪਾਸ ਹੋ ਜਾਏਗਾ 1 ਨੇਸ਼ਨ 1 ਪਾਵਰ ਗ੍ਰਿਡ। ਤਾਂ ਉਹ ਚੀਜ਼ ਹੈ, ਇਹ ਹੋਣਾ ਵੀ ਚਾਹੀਦਾ ਹੈ। ਆਰਟੀਕਲ 44 ਦੇ ਅੰਡਰ ਆਉਂਦਾ। ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਆਰਟੀਕਲ 45 ਦੇ ਅੰਡਰ ਆਉਂਦਾ, ਫॉर ਆਲ ਚਿਲਡਰਨ ਅਪ ਦਾ ਏਜ ਆਫ 14। ਬਈ ਦੇਖੋ ਹੁਣ ਇਹ ਚੀਜ਼ ਸ਼ਾਇਦ ਕਿਤੇ ਨਹੀਂ ਪੜ੍ਹਾਈ ਗਈ ਹੋਣੀ। ਆਰਟੀਕਲ 45 ਪਹਿਲਾਂ DPSP ਚਾਹੁੰਦਾ ਸੀ ਕਿ 14 ਸਾਲ ਦੇ ਬੱਚੇ ਤੱਕ, 6 ਤੋਂ 14 ਸਾਲ ਦਾ ਬੱਚਾ ਜਿਹੜਾ ਉਹ ਪੜ੍ਹਨਾ ਚਾਹੀਦਾ। ਬਟ ਬਾਅਦ ਦੇ ਵਿੱਚ 86th ਅਮੈਂਡਮੈਂਟ 2002 ਦੇ ਅੰਡਰ ਇਸ ਨੂੰ ਫੰਡਾਮੈਂਟਲ ਰਾਈਟ ਬਣਾਇਆ ਗਿਆ 21A ਦੇ ਅੰਡਰ, ਕਿ ਮਾਂ ਬਾਪ ਜਾਂ ਗਾਰਜੀਅਨ ਦਾ ਫਰਜ਼ ਹੈ ਪੜ੍ਹਾਉਣਾ ਅਤੇ ਬੱਚੇ ਦਾ ਫਰਜ਼ ਹੈ ਪੜ੍ਹਨਾ। ਬੱਚੇ ਦਾ ਰਾਈਟ ਹੈ ਕਿ ਉਹਨੇ ਪੜ੍ਹਨਾ ਹੀ ਪੜ੍ਹਨਾ, ਉਹਨੂੰ ਐਜੂਕੇਸ਼ਨ ਦੇਣਾ ਉਹਦਾ ਰਾਈਟ ਹੈ, ਲੈਣਾ ਵੀ ਮੈਂ ਪੜ੍ਹਨਾ। ਅਤੇ ਮਾਂ ਬਾਪ ਦੀ ਡਿਊਟੀ ਬਣਾਈ ਗਈ ਡਿਊਟੀ ਨੰਬਰ 11। ਸੋ ਆਹ ਚੀਜ਼ ਇੰਟਰਲਿੰਕ ਕਰਤੀ ਮੈਂ ਤੁਹਾਡੀ ਸਾਰੀ ਚੀਜ਼ਾਂ ਨਾਲ। ਆਰਟੀਕਲ 45 ਫੰਡਾਮੈਂਟਲ ਰਾਈਟ ਦੇ ਵਿੱਚ 21A 'ਚ ਆਉਂਦਾ ਵੀ 6 ਤੋਂ 14 ਸਾਲ ਦੇ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਬਹੁਤ ਜ਼ਰੂਰੀ ਹੈ। ਅਤੇ ਆਰਟੀਕਲ 51A ਦੇ ਵਿੱਚ ਡਿਊਟੀ ਨੰਬਰ 11 ਪਾਰਟ 4 ਜਿਹਨੂੰ ਅਸੀਂ ਫੰਡਾਮੈਂਟਲ ਡਿਊਟੀਜ਼ ਕਹਿੰਦੇ ਹਾਂ, ਉਹਦੇ ਵਿੱਚ ਵੀ ਆਉਂਦਾ। ਸੋ ਇਹ ਚੀਜ਼ ਧਿਆਨ ਨਾਲ ਸਮਝ ਲੈਣੀ ਸਟੂਡੈਂਟਸ, ਠੀਕ ਹੈ। ਇਹੀ ਕੁਐਸਚਨ ਬਣਨਗੇ। ਸੋ ਚਿਲਡਰਨ ਅਪ ਟੂ ਦਾ ਏਜ ਆਫ 14 ਸਾਲ ਆਰਟੀਕਲ 45। ਜੁਡੀਸ਼ਰੀ ਅਤੇ ਐਗਜ਼ੈਕਟਿਵ 3 ਔਰਗਨਸ ਨੇ ਆਪਣੀ ਸਰਕਾਰ ਦੇ। ਕਿਹੜੇ ਕਿਹੜੇ ਉਹ ਪਤਾ ਹੈ ਨਾ ਤੁਹਾਨੂੰ ਸਾਰਿਆਂ ਨੂੰ? 3 ਔਰਗਨਸ ਨੇ। ਕਿਹੜੇ ਕਿਹੜੇ ਆ? ਕਾਰਜਪਾਲਿਕਾ, ਵਿਧਾਨਪਾਲਿਕਾ ਅਤੇ ਨਿਆਂਪਾਲਿਕਾ। ਲੈਗਿਸਲੇਟਿਵ, ਐਗਜ਼ੈਕਟਿਵ ਅਤੇ ਜੁਡੀਸ਼ਰੀ। ਇਹ ਦੱਸਿਆ ਸੀਗਾ ਸੇਲੀਐਂਟ ਫੀਚਰ 'ਚ ਕਿ ਭਾਰਤ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਫੋਲੋ ਕਰਦਾ। ਮੀਨਸ ਕੋਪਰੇਸ਼ਨ ਬਿਟਵੀਨ 2 ਔਰਗਨਸ ਆਫ ਦ ਗਵਰਨਮੈਂਟ, ਲੈਗਿਸਲੇਟਿਵ ਐਂਡ ਐਗਜ਼ੈਕਟਿਵ। ਬਟ ਆਰਟੀਕਲ 50 ਦੇ ਅੰਡਰ ਅਸੀਂ ਐਗਜ਼ੈਕਟਿਵ ਅਤੇ ਜੁਡੀਸ਼ਰੀ ਨੂੰ ਅੱਡ ਕਰਤਾ। ਆਰਟੀਕਲ 48 ਐਗਰੀਕਲਚਰ ਐਂਡ ਐਨੀਮਲ ਹਸਬੈਂਡਰੀ ਅਲੋਂਗ ਸਾਇੰਟੀਫਿਕ। ਹਿਸਟੋਰੀਕਲ ਮੋਨੂਮੈਂਟਸ ਅਤੇ ਸੇਫਗਾਰਡ, ਇਹ ਤੁਸੀਂ ਬਚਾ ਕੇ ਰੱਖਣੀ ਹੈ, ਕਿਸੇ ਵੀ ਚੀਜ਼ ਨੂੰ ਖਰਾਬ ਨਹੀਂ ਕਰਨਾ। ਫੋਰੈਸਟ ਐਂਡ ਵਾਈਲਡ ਲਾਈਫ ਵੀ ਕੰਟਰੀ ਦਾ ਬਚਾ ਕੇ ਰੱਖਣਾ, ਠੀਕ ਹੈ ਜੀ। ਹਾਂ, ਸਭ ਤੋਂ ਇੰਪੋਰਟੈਂਟ ਫੈਕਟ ਜਿਸ 'ਤੇ ਮੈਨੂੰ ਕੁਐਸਚਨ ਆਉਣ ਦੇ ਚਾਂਸਿਸ ਹੁੰਦੇ ਨੇ, ਆਹ ਆ ਬਾਈ, ਇਹਨੂੰ ਪੜ੍ਹੋ, ਕਲੀਅਰ ਹੋਊਗਾ ਪੁਆਇੰਟ। ਕਿ ਦ ਮੇਨ ਇੰਪੋਰਟੈਂਟ ਆਫ DPSP, ਇਟ ਪ੍ਰੋਵਾਈਡ ਯੂ ਆਲ ਆਫ ਅਸ, ਯੂ ਐਂਡ ਮੀ, ਜਿੰਨੀ ਵੀ ਦੁਨੀਆ ਇੰਡੀਆ 'ਚ, ਸੋਸ਼ਲ ਐਂਡ ਇਕਨੋਮਿਕਲ ਡੈਮੋਕ੍ਰੇਸੀ ਇਨ ਦ ਕੰਟਰੀ। ਅਤੇ ਫੰਡਾਮੈਂਟਲ ਰਾਈਟ ਸਾਨੂੰ ਪੋਲੀਟੀਕਲ ਡੈਮੋਕ੍ਰੇਸੀ ਪ੍ਰੋਵਾਈਡ ਕਰਦੀਆਂ ਨੇ। ਇਹੀ ਕੁਐਸਚਨ ਤੁਹਾਨੂੰ ਆਉਣ ਵਾਲੇ ਕਿਸੇ ਐਗਜ਼ਾਮ 'ਚ ਮਿਲੂਗਾ। ਅਤੇ ਮੈਂ ਪਿਛਲੇ 2 ਸਾਲਾਂ ਜਿੰਨੇ ਵੀ ਐਗਜ਼ਾਮ ਦਿੱਤੇ ਆ ਉਹਦੇ ਵਿੱਚ ਇਹਨੂੰ ਕੱਟ ਮਰੋੜ ਕੇ, ਤੋੜ ਮਰੋੜ ਕੇ 2 ਵਾਰ ਪੁੱਛਿਆ ਜਾ ਚੁੱਕਾ ਕਿ DPSP ਇੱਕ ਫਿਲੋਸਫੀਕਲ ਟੈਕਸਟ ਹੈ ਅਤੇ ਇਹ ਸਾਨੂੰ ਇਕਨੋਮਿਕਲ ਅਤੇ ਸੋਸ਼ਲ ਡੈਮੋਕ੍ਰੇਸੀ ਪ੍ਰੋਵਾਈਡ ਕਰਦੇ ਨੇ। ਹੁਣ ਇੱਥੋਂ ਮੈਂ ਥੋੜ੍ਹਾ ਜਿਹਾ ਪਿੱਛੇ ਜਾ ਰਿਹਾ ਲੈਕਚਰ ਦੀ ਸਟਾਰਟਿੰਗ 'ਚ, ਜਿਹੜੀਆਂ ਚੀਜ਼ਾਂ 'ਤੇ ਕੁਐਸਚਨ ਬਣਦੇ ਨੇ ਉਹ ਮੈਂ ਤੁਹਾਨੂੰ ਦੁਬਾਰਾ ਦੱਸ ਦਿੰਦਾ, ਸੌਰੀ, ਠੀਕ ਹੈ। ਦੇਖੋ DPSP 'ਚੋਂ ਪਹਿਲਾ ਕੁਐਸਚਨ ਜਿਹੜਾ ਬਣੂਗਾ ਉਹ ਤੁਹਾਡੇ ਆਹ ਪੈਰੇ 'ਚੋਂ ਬਣੂਗਾ। ਇੱਕ ਤਾਂ ਜਿਹੜਾ ਕੰਸਾਈਨਸ ਨੋਵਲ ਫੀਚਰ, ਕੰਸਾਈਨਸ ਹੋ ਗਿਆ। ਨਿਕਨੇਮ ਕੀ ਚੀਜ਼ ਹੈ, ਠੀਕ ਹੈ ਜੀ। ਕਈ ਵਾਰ ਇਹ ਇਸ 'ਤੇ ਵੀ ਕੁਐਸਚਨ ਬਹੁਤ ਵਧੀਆ ਆ ਜਾਂਦਾ। ਆਹ ਨੋਨ ਜਸਟਿਸੇਬਲ ਇਨ ਨੇਚਰ, ਠੀਕ ਹੈ। ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ, ਇਹਨੂੰ ਰਿਪੀਟ ਕਰਿਓ। ਕਿੰਨੇ ਤਰ੍ਹਾਂ ਦੇ ਨੇ ਉਹ ਵੀ ਤੁਹਾਨੂੰ ਦੱਸਤੇ, 3 ਤਰ੍ਹਾਂ ਦੇ ਨੇ ਬਸ। ਕਈ ਵਾਰ ਇਹਨਾਂ ਤਿੰਨਾਂ ਨੂੰ ਮਿਲਾ ਕੇ ਕੁਐਸਚਨ ਆ ਜਾਂਦਾ ਹੁੰਦਾ ਬੜਾ ਸੋਹਣਾ ਜਿਹਾ ਬਣਾ ਕੇ,
ਛੋਟੇ ਐਗਜ਼ਾਮ 'ਚ ਉੱਦਾਂ ਦਾ ਨਹੀਂ ਆਉਂਦਾ, ਬਟ ਵੱਡੇ ਐਗਜ਼ਾਮ 'ਚ ਆ ਜਾਂਦਾ ਹੈ। ਨਾਇਬ ਤਹਿਸੀਲਦਾਰ ਤੁਸੀਂ ਇਹ ਚੀਜ਼ ਦੇਖੋਗੇ ਕਿ ਹਾਂ ਵੀ ਜਿਹੜਾ ਕੁਐਸਚਨ ਹੈ ਥੋੜ੍ਹਾ ਜਿਹਾ ਤੋੜ ਮਰੋੜ ਕੇ ਆਊਗਾ। ਸੋਸ਼ਲ ਇਕਨੋਮਿਕਸ ਨੂੰ ਪੜ੍ਹ ਲੈਣਾ ਤਰੀਕੇ ਨਾਲ, ਕੋਈ ਵੱਡਾ ਇਸ਼ੂ ਨਹੀਂ ਹੈ। ਸਿੰਪਲੀ PDF ਤੁਹਾਨੂੰ ਮਿਲ ਜਾਣਗੀਆਂ ਸਾਡੇ ਗਰੁੱਪ ਦੇ ਵਿੱਚੋਂ, ਠੀਕ ਹੈ ਜੀ, ਅਤੇ ਉੱਥੋਂ ਤੁਸੀਂ ਇਹਨੂੰ ਨਾਲ ਨਾਲ ਰੀਡ ਕਰ ਲੈਣਾ। ਗਾਂਧੀਅਨ ਦੇ ਵਿੱਚ ਮੈਂ ਆਰਟੀਕਲ ਨਾਲ ਲਿਖਤੇ ਕਿਉਂਕਿ ਇਹ ਬਹੁਤ ਵਾਰ ਪੁੱਛਿਆ ਜਾ ਚੁੱਕਾ। ਗਾਂਧੀਅਨ ਵਾਲਾ ਸਿਸਟਮ ਬਹੁਤ ਵਾਰ ਪੁੱਛਿਆ ਜਾ ਚੁੱਕਾ ਹੈ। ਕਾਟੇਜ ਇੰਡਸਟਰੀ, ਵਿਲੇਜ ਪੰਚਾਇਤ, ਠੀਕ ਹੈ ਜੀ। ਲਿਬਰਲ ਦੇ ਵਿੱਚ ਦੱਸਤੀਆਂ ਮੈਂ ਤੁਹਾਨੂੰ ਚੀਜ਼ਾਂ, ਇਹ ਪੁੱਛੀਆਂ ਜਾ ਸਕਦੀਆਂ। ਅਤੇ ਸਭ ਤੋਂ ਇੰਪੋਰਟੈਂਟ ਲਾਸਟ ਲਾਈਨ ਜਿਹੜੀ ਇੰਪੋਰਟੈਂਟ ਨਾਲ ਲਿਖ ਕੇ ਲਾਈ ਹੈ, ਇਹ ਚੀਜ਼ ਦਾ ਧਿਆਨ ਰੱਖਿਓ, ਜ਼ਰੂਰ ਪੜ੍ਹਿਓ। ਅੱਗੇ ਆਰਟੀਕਲ DPSP ਆ ਲਓ, ਪੇਜ ਛੋਟਾ ਕਰਤਾ, ਉਹ ਵੀ ਉੱਪਰ ਹੀ ਉਵੇਂ ਲਿਖਿਆ ਕਿ ਸੋਸ਼ਲਿਸਟ, ਗਾਂਧੀਅਨ ਅਤੇ ਲਿਬਰਲ। ਗਾਂਧੀਅਨ ਦੇ ਵਿੱਚ ਆਰਟੀਕਲ 40, 43, 43, 20, 46, 47, 48, ਇਹ ਸਿਰਫ ਤੁਹਾਡੇ ਇੱਕ ਜਸਟ ਰੀਡਿੰਗ ਲਈ ਹੈ ਤਾਂ ਜੋ ਤੁਸੀਂ ਕਨਫਿਊਜ਼ ਨਾ ਹੋਵੋ ਅਤੇ ਦੇਖ ਲਓ। ਆਰਟੀਕਲ 38, 39, 39A ਇਹਦੇ ਸਭ ਤੋਂ ਜ਼ਿਆਦਾ ਚਾਂਸਸ ਹੁੰਦੇ ਆ ਪੁੱਛਣ ਦੇ। ਇਕੁਅਲ ਜਸਟਿਸ ਐਂਡ ਪ੍ਰੋਵਾਈਡ ਫ੍ਰੀ ਲੀਗਲ ਏਡ ਟੂ ਦ ਪੂਅਰ। ਮੈਂ ਕਿਸੇ ਚੀਜ਼ ਕੇਸ ਲੜ ਰਿਹਾ, ਮੇਰੇ ਕੋਲ ਵਕੀਲ ਨਹੀਂ ਹੈਗਾ, ਨਾ ਮੇਰੇ ਕੋਲ ਪੈਸੇ ਆ ਵਕੀਲ ਨੂੰ ਦੇਣ ਜੋਗੇ। ਆਰਟੀਕਲ 39 ਇਸ ਲਈ ਬਣਾਇਆ ਗਿਆ ਵੀ ਸਰਕਾਰ ਨੇ ਤੁਹਾਨੂੰ ਰਾਈਟ ਦਿੱਤਾ ਹੈ ਕਿ ਦੋਨਾਂ ਦੀ ਗੱਲ ਸੁਣੀ ਜਾਊਗੀ ਸੁਪਰੀਮ ਕੋਰਟ ਦੇ ਵਿੱਚ, ਤੁਹਾਡੀ ਵੀ ਅਤੇ ਤੁਹਾਡੇ 'ਤੇ ਕੇਸ ਕਰਨ ਵਾਲੇ ਵੀ, ਜਾਂ ਆਪਾਂ ਨੇ ਜਿਹਦੇ ਗੱਲ ਕੀਤਾ, ਦੋਨਾਂ ਦੀ ਗੱਲ ਸੁਣ ਕੇ ਹੀ ਕੋਰਟ ਫੈਸਲਾ ਦੇਊਗਾ। ਜੇ ਤੁਹਾਡੇ ਕੋਲੇ ਜਾਂ ਤਾਂ ਤੁਸੀਂ ਖੁਦ ਡਿਫੈਂਡ ਕਰ ਲਓ, ਜੇ ਨਹੀਂ ਕਰ ਸਕਦੇ ਤਾਂ ਭਾਈ ਕੋਰਟ ਤੁਹਾਨੂੰ ਖੁਦ ਵਕੀਲ ਪ੍ਰੋਵਾਈਡ ਕਰ ਦੇਗਾ। ਇਹ ਚੀਜ਼ ਹੈ, ਠੀਕ ਹੈ ਜੀ। ਆਰਟੀਕਲ 41, 42, 43 ਪਾਰਟੀਸਪੇਸ਼ਨ ਆਫ ਵਰਕਰਸ ਇਨ ਮੈਨੇਜਮੈਂਟ। ਡੋਂਟ ਵਰੀ, ਇੱਥੋਂ ਅਪਸੈਟ ਨਾ ਹੋਇਓ, ਨੀਚੇ ਲਾਸਟ ਮੈਂ ਟਾਈ ਕੀਤਾ ਹੋਇਆ ਪੇਜ, ਉਹ ਐਜ਼ ਇਟ ਇਜ਼ ਸਾਰੇ ਆਰਟੀਕਲ ਲਿਖੇ ਹੋਏ ਨੇ, ਉਹ ਵੀ ਦੱਸੂਗਾ। ਉਸ ਤੋਂ ਬਾਅਦ ਲਿਬਰਲ ਦੇ ਵਿੱਚ ਕਿਹੜੇ ਨੇ? 44, 45, 48A ਇਨਵਾਇਰਮੈਂਟ ਇੰਪਰੂਵ ਕਰਾਓ, ਫੋਰੈਸਟ ਐਂਡ ਵਾਈਲਡ ਲਾਈਫ ਬਚਾਓ। ਅਤੇ 51 ਨੰਬਰ ਆਰਟੀਕਲ ਮੋਸਟ ਇੰਪੋਰਟੈਂਟ ਆਰਟੀਕਲ 51 ਪੁੱਛਿਆ ਜਾ ਸਕਦਾ ਕਿ ਪ੍ਰਮੋਟ ਪੀਸ ਐਂਡ ਸਿਕਿਉਰਿਟੀ। ਇਸ ਚੀਜ਼ ਨੂੰ ਧਿਆਨ ਰੱਖਣਾ। ਨਾਓ ਸਭ ਕਮ ਟੂ ਦ ਮੋਸਟ ਇੰਪੋਰਟੈਂਟ ਪਾਰਟ ਆਫ DPSP। ਸਟੂਡੈਂਟਸ ਨੂੰ ਲੱਗਦਾ ਹੈ ਕਿ ਸਾਰੀਆਂ DPSPs 1947 'ਚ, ਜਦੋਂ 1949 'ਚ ਕੌਨਸਟੀਟਿਊਸ਼ਨ ਲਾਗੂ ਹੋਇਆ, ਜਾਂ 50 'ਚ ਸੌਰੀ ਲਾਗੂ ਹੋਇਆ, ਜਾਂ 49 'ਚ ਕੰਪਲੀਟ ਹੋਇਆ, ਉਦੋਂ ਹੀ ਲੈ ਲਈਆਂ ਗਈਆਂ। ਕੁਝ DPSPs ਟਾਈਮ ਨਾਲ ਮੋਡੀਫਾਈ ਵੀ ਕੀਤੀਆਂ ਗਈਆਂ, ਟਾਈਮ ਨਾਲ ਵੀ ਐਡ ਕੀਤੀਆਂ ਗਈਆਂ, ਉਹ ਮੈਂ ਇੱਥੇ ਸਾਰੀਆਂ ਲਿਖਤੀਆਂ। 42 ਅਮੈਂਡਮੈਂਟ ਐਕਟ 1976 ਟਾਈਮ ਆਫ ਇੰਦਰਾ ਗਾਂਧੀ, 4 DPSPs ਜੋੜੀਆਂ ਗਈਆਂ, 39, 39A, 43A ਅਤੇ 48A। ਡਨ ਹੈ। ਇੱਕ ਅੱਧਾ ਕੁਐਸਚਨ ਆਉਣ ਵਾਲੇ 10-15 ਐਗਜ਼ਾਮਸ 'ਚ ਆਊਗਾ ਹੀ ਆਊਗਾ। 39 ਦਾ ਮਤਲਬ ਓਪਰਚੁਨਿਟੀ ਫॉर ਹੈਲਦੀ ਡਿਵੈਲਪਮੈਂਟ ਆਫ ਚਿਲਡਰਨ। 39A ਉੱਪਰ ਵੀ ਐਕਸਪਲੇਨ ਕਰਤੀ, ਇਕੁਅਲ ਜਸਟਿਸ ਐਂਡ ਫ੍ਰੀ ਲੀਗਲ ਏਡ। 43A ਪਾਰਟੀਸਪੇਸ਼ਨ ਆਫ ਵਰਕਰਸ ਨੂੰ ਪੁੱਛਿਆ ਜਾਊਗਾ ਜਦੋਂ ਮੈਨੇਜਮੈਂਟ ਬੈਠੀ ਹੈ ਵੀ ਤੁਹਾਨੂੰ ਕੀ ਨੀਡ ਹੈ। ਵਰਕਰਸ ਹੀ ਉਹ ਚਲਾ ਰਹੇ ਹੈ ਨਾ, ਐਕਚੁਅਲ 'ਚ ਤਾਂ ਵਰਕਰ ਮੇਨ ਬੈਕਬੋਨ ਹੈ ਕੰਟਰੀ ਦੀ, ਉਹ ਕੰਪਨੀ ਦੀ, ਕਿਸੇ ਇੰਡਸਟਰੀ ਦੀ, ਤਾਂ ਉਹ ਦੱਸਣਗੇ ਕਿ ਸਾਨੂੰ ਆਹ ਚੀਜ਼ ਦੀ ਲੋੜ ਹੈ, ਤਾਂ ਉਹ 43A ਇਹ ਵੀ ਜੋੜਿਆ ਗਿਆ। 48A ਇੰਪਰੂਵਮੈਂਟ ਆਫ ਦਾ ਇਨਵਾਇਰਮੈਂਟ, ਬਚਾਇਆ ਜਾਵੇ, ਇਹ ਤੁਹਾਡੀ ਨੈਤਿਕ ਜ਼ਿੰਮੇਵਾਰੀ ਵੀ ਹੈ, ਸਰਕਾਰਾਂ ਦੀ ਵੀ ਅਤੇ ਸਾਡੀ ਵੀ। ਅੱਗੇ 44th ਅਮੈਂਡਮੈਂਟ ਐਕਟ 1978, ਇਹਦੇ 'ਚ ਫੇਰ ਉਹੀ ਆਈਡੀਓਲੋਜੀ ਦੁਬਾਰਾ ਵਾਪਸ ਆਈ। ਸਟੇਟ ਟੂ ਮਿਨੀਮਾਈਜ਼ ਇਕੁਐਲਿਟੀਜ਼, ਇਨਇਕੁਐਲਿਟੀਜ਼ ਇਨ ਇਨਕਮ ਐਂਡ ਸਟੇਟਸ ਓਪਰਚੁਨਿਟੀਜ਼। 97th ਅਮੈਂਡਮੈਂਟ ਐਕਟ 2011 'ਚ ਆਰਟੀਕਲ 43B ਜੋੜਿਆ ਗਿਆ। ਇਹ ਬਾਈ ਜੀ ਇੱਕ ਤਰ੍ਹਾਂ ਤੁਹਾਡੇ ਸਾਰਿਆਂ ਦਾ ਭਾਈ ਕਰੰਟੇ ਹੈ, ਇਹ ਪੁੱਛਿਆ ਜਾ ਸਕਦਾ। ਇਹਦੇ ਵਿੱਚ ਕੀ ਚੀਜ਼ ਸੀ ਕਿ 43 ਦੇ ਵਿੱਚ ਕੀ ਕੀਤਾ ਗਿਆ? ਪ੍ਰਮੋਸ਼ਨ ਆਫ ਕੋਆਪਰੇਟਿਵ ਸੁਸਾਇਟੀਜ਼। ਹੁਣ ਕੋਆਪਰੇਟਿਵ ਸੁਸਾਇਟੀਜ਼ ਵੀ ਆਰਟੀਕਲ 45 ਵਾਂਗੂ ਤਿੰਨਾਂ 'ਚ ਆਉਂਦੀ ਹੈ, ਫੰਡਾਮੈਂਟਲ ਰਾਈਟਸ 'ਚ ਵੀ ਆਉਂਦੀ ਹੈ, DPSP 'ਚ ਵੀ ਆਉਂਦੀ ਹੈ ਅਤੇ ਫੰਡਾਮੈਂਟਲ ਡਿਊਟੀਜ਼ 'ਚ ਵੀ ਆਉਂਦੀ ਹੈ। ਠੀਕ ਹੈ, ਇਸ ਚੀਜ਼ ਦਾ ਧਿਆਨ ਰੱਖਿਓ। ਅਤੇ ਲਾਸਟ 86th ਅਮੈਂਡਮੈਂਟ ਐਕਟ, ਜੋ ਮੈਂ ਪਹਿਲਾਂ ਵੀ ਦੱਸਤਾ ਕਿ ਆਰਟੀਕਲ 45 ਜਿਹੜਾ ਸੀਗਾ ਚੇਂਜ ਕੀਤਾ ਗਿਆ, ਉਹਦਾ ਸਬਜੈਕਟ ਮੈਟਰ ਥੋੜ੍ਹਾ ਜਿਹਾ ਚੇਂਜ ਕਰਕੇ ਉਹਨੂੰ ਫੰਡਾਮੈਂਟਲ ਰਾਈਟ 21A ਬਣਾਇਆ ਗਿਆ, ਜਿਹਦੇ ਵਿੱਚ ਇੱਕ ਬੱਚੇ ਦਾ ਅਧਿਕਾਰ ਹੈ ਪੜ੍ਹਨਾ, ਉਹਨੂੰ ਰਾਈਟ ਹੈ, ਅਤੇ ਉਹ ਡਿਊਟੀਜ਼ ਦੇ ਵਿੱਚ 11ਵੀਂ ਡਿਊਟੀ ਐਡ ਕੀਤੀ ਗਈ ਕਿ ਉਹਨੂੰ ਪੜ੍ਹਾਉਣਾ ਮਾਂ ਬਾਪ ਦਾ ਡਿਊਟੀ ਹੈ। ਅੱਗੇ ਆ ਸਮ ਆਫ ਦਾ ਡਾਇਰੈਕਟਿਵਸ ਮੈਂ ਬਾਹਰ ਲਿਖੀਆਂ ਨੇ, ਇਹ ਰੀਡ ਕਰਨਾ ਹੈ ਤਾਂ ਤੁਹਾਡੀ ਆਪਦੀ ਉਹ ਹੈ, ਮੈਂ ਵੈਸੇ ਲਿਖਤੀਆਂ ਸੀ ਵੀ ਕੋਈ ਟੌਪਿਕ ਨਾ ਰਹਿ ਜਾਵੇ। ਇਹਦੇ 'ਚੋਂ ਇੱਕ ਕੁਐਸਚਨ ਜ਼ਰੂਰ ਆਇਆ, ਆਹ 350A ਆਰਟੀਕਲ ਇੰਸਟਰਕਸ਼ਨ ਆਫ ਮਦਰ ਟੰਗ, ਜੋ ਆਪਣੀ ਆਮ ਭਾਸ਼ਾ, ਅਤੇ ਡਿਵੈਲਪਮੈਂਟ ਆਫ ਹਿੰਦੀ ਲੈਂਗੁਏਜ 351,
13 फरवरी 2021 PCS प्री ਉਹਦੇ 'ਚ क्वेश्चन आया हुआ सी भाई। ठीक है जी, अगे चलते हैं नीचे। हुण फंडामेंटल राइट्स ते डायरैक्टिव प्रिंसीपल का डिफरेंस, ये सब तो इंपॉर्टेंट है, इस चीज़ का ध्यान रखियो। फंडामेंटल राइट्स दीज आर नैगेटिव, दे प्रोहिबिट द स्टेट फ्रॉम डूइंग सर्टन थिंग्स, रोकदियाँ नहीं नेशन नूं कुछ काम करन लई। दे आर पॉजिटिव, दे रिक्वायर द स्टेट टू डू सर्टन थिंग्स, सिंपल गल्लां। फिर दूजा पॉइंट, दे आर जस्टिसेबल, लीगली इनफोर्स बाय द सुप्रीम कोर्ट्स और कोर्ट्स in the time of violation, but these are non-justiciable and not legally enforced by the court of if violated। इन्हां दा एम की सीगा? पोलिटिकल डेमोक्रेसी, मैं दसता इन्हां दा एम सी सोशल एंड इकनॉमिक डेमोक्रेसी। हमेशा DPSP भारियां पैंदियां ने पूरे कॉन्स्टिट्यूशन ते, क्योंकि यह एक प्रिंसीपल ने, असूल ने, वाजब असूल ने। फिर ये लीगल सैंक्शन है, दे हैव मॉरल एंड पोलिटिकल सैंक्शनस। मॉरल वैल्यूज़ अपग्रेड करना, ये मॉरल गल ही है ना, किसी का स्टैंडर्ड अपग्रेड करना, किसी को कुछ मॉरल वैल्यूज सिखाउणियां। प्रमोट वैलफेयर एंड इंडिविजुअल, दे आर पर्सनल एंड इंडिविजुअलिस्टिक, वो वैलफेयर ऑफ द कम्यूनिटी। फंडामेंटल राइट हमेशा इंडिविजुअल ना डील करदियां ने, एक कम्यूनिटी ना डील करदियां। दे आर सोसाइटेरियन ते सोशलिस्टिक, ऑब्वियस है। दे डू नॉट रिक्वायर लीगलाइजेशन ऑफ देयर इंप्लीमेंटेशन, ये हमेशा ऑटोमैटिकली फंडामेंटल राइट्स इनफोर्स रहिंदियां ने। बट इन्हां नूं लीगलाइज या इंप्लीमेंटेशन करन लई दे रिक्वायर लीगलाइजेशन फॉर देयर इंप्लीमेंटेशन एंड दे आर नॉट ऑटोमैटिकली इनफोर्स। तो ये सिर्फ एक थोड़े रीडिंग सैक्शन लिए पाया। नीचे लास्ट पेज है जिहड़ा स्टूडेंट्स, वो ध्यान नाल पढ़ लेना। 36 देखो, जिहड़े आर्टिकल से टिक लगा देना, वो मैं ऊपर डिस्कस करते हैं वैसे थोड़े सारे नाल। 38 नंबर, 39 नंबर भी दस्या कि सर्टन प्रिंसीपल ऑफ पॉलिसी टू बी फॉलोड बाय स्टेट। 39A लीगल जस्टिस, वो इक्वल जस्टिस एंड फ्री लीगल एड। ठीक है जी। उस तो बाद 40 ऑर्गेनाइजेशन ऑफ विलेज पंचायत, गांधीयन प्रिंसीपल की गल। 41 राइट टू वर्क टू एजुकेशन एंड पब्लिक असिस्टेंस इन सर्टन केसिस। 42 आर्टिकल 42 जिहड़ा हैगा प्रोविजन फॉर जस्ट एंड ह्यूमन कंडीशन वर्क, यदि कोई प्रॉब्लम नहीं है। 43A 43 43B तो 44 ये। उस तो बाद असी अगे चलते हैं आर्टिकल 45, ये भी मैं बहुत 3-4 बार बोलता। 48A 48 50 तो 51 ये आर्टिकल जरूर ध्यान नाल अपने उस रखियो, इन्हों पढ़ लियो। मैंने एक स्टूडेंट ने कहा भी सीगा कि सर आर्टिकल दस दो किहड़े-किहड़े ने, वो जिमें जिमें अगे वधी जावांगे उवें उवें तुहानूं आर्टिकल्स दसदे रहांगे, ਉਹਦੀ कोई प्रॉब्लम नहीं है। जिमें जिमें अगे अगे हो ही जाऊगा, कॉन्स्टिट्यूशन पॉलिटिक्स सीरीज़ चलती रहूगी, उवें तुहानूं नाल दी नाल ये भी चीज़ां दस दित्तियां जाणगियां। सो इस चीज़ की कभी वो नहीं सोचना। ये आर्टिकल्स पढ़ लियो। बट जिहड़ा आर्टिकल 39 है वो अपने आप च बहुत ब्रॉड है। आर्टिकल 39 जे मैं गल करा, उही लिवलीहुड फॉर द ऑल सिटीजनस, जिहड़ियां आपां पहलां उहदे च पढ़ियां सोशलिस्टिक च। इक्विटेबल डिस्ट्रीब्यूशन ऑफ मटीरियल रिसोर्सिस टू द कम्यूनिटी, कॉमन गुड्स, असी वैल्थ ते मीनस रिसोर्सिस नूं बचाउणा, इक्वल वर्क फॉर मैन एंड वूमन एंड इक्वल पे। ठीक है जी। तो उस तो बाद हैल्दी डिवेलपमेंट ऑफ चिल्ड्रन, आर्टिकल 39 अपने आप च काफ़ी ब्रॉड करता है। तो इस चीज़ नूं रीड कर लियो भी आर्टिकल जिहड़ा 39 है वो इंपॉर्टेंट रखदा। ये लिस्ट आर्टिकल की सिर्फ थोड़े करके बनाई है। ठीक है जी। तो थोड़े लिए ये दो जिहड़े पिक्स ने फंडामेंटल राइट ते डायरैक्टिव प्रिंसीपल का, ये जरूर पढ़ लियो। ठीक है। थैंक यू सो मच।